ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਸੰਦਾਂ ਦੀਆਂ ਬਹੁਤ ਸ਼ਿਕਾਇਤਾਂ ਪਹੁੰਚੀਆਂ ਕਿ ਸਿੱਖਾਂ ਤੋਂ ਗੁਰੂ ਕੀ ਕਾਰ ਭੇਟ ਲੈਣ ਸਮੇਂ ਉਹਨਾਂ ਨੂੰ ਬਹੁਤ ਤੰਗ ਕਰਦੇ ਹਨ ਅਤੇ ਕਾਰ ਭੇਟ ਵੀ ਗੁਰੂ ਕੀ ਗੋਲਕ ਵਿੱਚ ਪੂਰੀ ਨਹੀਂ ਪਾਉਂਦੇ। ਸਤਿਗੁਰੂ ਜੀ ਨੇ ਇਹਨਾਂ ਨੂੰ ਸੋਧਣ ਵਾਸਤੇ ਵਿਸਾਖੀ ਦੇ ਮੇਲੇ ਉੱਤੇ ਸਾਰੇ ਦੇਸ਼ ਪ੍ਰਦੇਸ਼ ਦੇ ਮਸੰਦਾਂ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਸੰਗਤਾਂ ਨੂੰ ਲੈ ਕੇ ਵਿਸਾਖੀ ਤੇ ਆਨੰਦਪੁਰ ਪਹੁੰਚ ਜਾਓ। ਹੁਕਮਨਾਮਿਆਂ ਅਨੁਸਾਰ ਸਾਰੇ ਮਸੰਦਾਂ ਨੇ ਆਪੋ ਆਪਣੇ ਇਲਾਕੇ ਦੀਆਂ ਸੰਗਤਾਂ ਤੋਂ ਬਹੁਤ ਕਾਰ ਭੇਟ ਇਕੱਠੀ ਕਰ ਲਈ ਅਤੇ ਫਿਰ ਸਭ ਨੇ ਸਲਾਹ ਕਰਕੇ ਅੱਧੀ ਤੋਂ ਵੱਧ ਮਾਇਆ ਆਪੋ ਆਪਣੀ ਘਰੇ ਪਹੁੰਚਾ ਦਿੱਤੀ ਅਤੇ ਬਾਕੀ ਕੁਝ ਲੈ ਕੇ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਪਹੁੰਚ ਗਏ। ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇਣ ਵਾਸਤੇ ਦੀਵਾਨ ਲਾਇਆ। ਸਭ ਸੰਗਤਾਂ ਨੇ ਆਪੋ ਆਪਣੀਆਂ ਭੇਟਾਂ ਅਰਪਣ ਕਰਕੇ ਦਰਸ਼ਨ ਕੀਤੇ ਅਤੇ ਗੁਰੂ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ। ਦੂਸਰੇ ਦਿਨ ਸਤਿਗੁਰੂ ਜੀ ਨੇ ਸਾਰੇ ਮਸੰਦਾਂ ਨੂੰ ਸੱਦ ਕੇ ਆਖਿਆ ਕਿ ਤੁਸੀਂ ਸਾਰੇ ਹੀ ਮੇਰੇ ਹਿਤਕਾਰੀ ਹੋ ਅਤੇ ਮੇਰੀ ਸੰਗਤ ਤੁਹਾਡੀ ਅਨੁਸਾਰੀ ਹੈ। ਕਾਰ ਭੇਟ ਇਸ ਸਮੇਂ ਬਹੁਤ ਥੋੜੀ ਆਈ ਹੈ, ਇਸ ਦਾ ਕੀ ਕਾਰਨ ਹੈ? ਮਸੰਦਾਂ ਨੇ ਉੱਤਰ ਦਿੱਤਾ, ਜੀ ਸੱਚੇ ਪਾਤਸ਼ਾਹ, ਜਿਹੜੇ ਧਨਵਾਨ ਸਿੱਖ ਬਹੁਤ ਧਨ ਦੇਣ ਵਾਲੇ ਹੁੰਦੇ ਸਨ ਉਹ ਸਭ ਮਰ ਖੱਪ ਗਏ ਹਨ। ਪਿੱਛੇ ਗਰੀਬ ਸਿੱਖ ਰਹਿ ਗਏ ਹਨ। ਉਹਨਾਂ ਉੱਤੇ ਕਿਰਪਾ ਕਰੋ ਤਾਂ ਉਹ ਵੀ ਬਹੁਤੀ ਮਾਇਆ ਭੇਟਾ ਕਰਨ ਦੇ ਸਮਰੱਥ ਹੋ ਜਾਣਗੇ। ਗੁਰੂ ਜੀ ਨੇ ਆਖਿਆ, ਭਾਈ ਮਸੰਦੋ, ਤੁਸੀਂ ਚਤੁਰਾਈ ਨਾ ਕਰੋ। ਜੋ ਤੁਸੀਂ ਪਹਿਲਾਂ ਭੇਟਾ ਨੀਅਤ ਕੀਤੀ ਹੋਈ ਹੈ ਉਸ ਨੂੰ ਪੂਰੀ ਕਰੋ, ਘੱਟ ਨਾ ਦਿਓ। ਸਾਰੇ ਮਸੰਦ ਗੁਰੂ ਜੀ ਪਾਸੋਂ ਇਹ ਹੁਕਮ ਸੁਣ ਕੇ ਚਿੱਤ ਵਿੱਚ ਇਸ ਦਾ ਉਪਾਅ ਸੋਚਦੇ ਹੋਏ ਆਪਣੇ ਮੁਖੀਏ ਚੇਤੋ ਮਸੰਦ ਪਾਸ ਚਲੇ ਗਏ। ਚੇਤੋ ਨੂੰ ਸਾਰੀ ਗੱਲ ਦੱਸ ਕੇ ਕਹਿਣ ਲੱਗੇ ਕਿ ਗੁਰੂ ਜੀ ਤਾਂ ਬੜੇ ਸਖਤ ਹੋ ਗਏ ਹਨ ਅਤੇ ਸਾਨੂੰ ਕਹਿੰਦੇ ਹਨ ਕਿ ਕਾਰ ਭੇਟ ਦੀ ਮਾਇਆ ਪੂਰੀ ਕਰੋ। ਅਸਾਂ ਨੇ ਬਹੁਤ ਸਮਝਾਇਆ ਹੈ ਪਰ ਉਹ ਕੁਝ ਨਹੀਂ ਸੁਣਦੇ। ਤੂੰ ਹੁਣ ਕੋਈ ਗੱਲ ਸੋਚ ਕੇ ਸਾਡੀ ਮਦਦ ਕਰ, ਨਹੀਂ ਤਾਂ ਗੱਲ ਵਿਗੜ ਜਾਏਗੀ। ਚੇਤੋ ਮਸੰਦ ਨੇ ਸਭ ਦੀ ਗੱਲ ਸੁਣ ਕੇ ਆਖਿਆ, ਚਿੰਤਾ ਨਾ ਕਰੋ। ਬਾਲਕ ਅਤੇ ਯੁਵਾ ਅਵਸਥਾ ਵਿੱਚ ਪੁਰਸ਼ ਦਾ ਸੁਭਾਅ ਐਸਾ ਹੀ ਹੁੰਦਾ ਹੈ ਕਿ ਜੋ ਮਨ ਵਿੱਚ ਹੋਵੇ ਉਹੀ ਬਿਨਾਂ ਸੋਚੇ ਸਮਝੇ ਮਾੜੀ ਚੰਗੀ ਕਹਿ ਦਿੰਦਾ ਹੈ। ਮੈਂ ਸਾਰੀ ਗੱਲ ਗੁਰੂ ਜੀ ਨੂੰ ਸਮਝਾ ਕੇ ਤੁਹਾਡੀ ਮਨਮਰਜ਼ੀ ਅਨੁਸਾਰ ਹੀ ਕਰ ਦਿਆਂਗਾ। ਦੂਸਰੇ ਦਿਨ ਚੇਤੋ ਨੇ ਗੁਰੂ ਜੀ ਪਾਸ ਆ ਕੇ ਆਖਿਆ ਕਿ ਸਾਰੇ ਮਸੰਦ ਤੁਹਾਡੇ ਸੇਵਾਦਾਰ ਹਨ, ਇਹਨਾਂ ਨੂੰ ਵੀ ਤੁਹਾਡਾ ਹੀ ਆਸਰਾ ਹੈ। ਇਹ ਸੰਗਤਾਂ ਤੋਂ ਸਾਰਾ ਧਨ ਲਿਆ ਕੇ ਤੁਹਾਡੇ ਅੱਗੇ ਰੱਖ ਦਿੰਦੇ ਹਨ। ਇਹਨਾਂ ਨੂੰ ਸਦਾ ਆਪਣੀ ਸ਼ਰਨ ਵਿੱਚ ਰੱਖੋ। ਇਹ ਵੱਡੇ ਗੁਰੂ ਸਾਹਿਬਾਂ ਦੀ ਆਗਿਆ ਵਿੱਚ ਰਹਿ ਕੇ ਬੜੀ ਭਾਰੀ ਸੇਵਾ ਕਰਦੇ ਰਹੇ ਹਨ। ਗੁਰੂ ਜੀ ਨੇ ਚੇਤੋ ਨੂੰ ਕਿਹਾ, ਭਾਈ ਚੇਤੋ, ਤੂੰ ਸਿਆਣਾ ਹੈ। ਇਹ ਮਸੰਦ ਮੈਨੂੰ ਇਹ ਆਖ ਕੇ ਭਰਮਾਉਣਾ ਚਾਹੁੰਦੇ ਹਨ ਕਿ ਸਾਰੇ ਧਨੀ ਸਿੱਖ ਮਰ ਗਏ ਹਨ ਅਤੇ ਪਿੱਛੇ ਜੋ ਗਰੀਬ ਸਿੱਖ ਰਹਿ ਗਏ ਹਨ ਉਹ ਪੂਰੀ ਕਾਰ ਭੇਟ ਨਹੀਂ ਦੇ ਸਕਦੇ। ਇਹਨਾਂ ਦੇ ਇਹ ਖੋਟੇ ਵਾਕ ਮੈਨੂੰ ਚੰਗੇ ਨਹੀਂ ਲੱਗਦੇ ਕਿਉਂਕਿ ਮੇਰੀ ਸੰਗਤ ਸਦਾ ਪ੍ਰਫੁੱਲਤ ਦਸ਼ਾ ਵਿੱਚ ਰਹਿੰਦੀ ਹੈ। ਇਹਨਾਂ ਨੇ ਲੋਭ ਨਾਲ ਸੰਗਤ ਦੀ ਨਿੰਦਿਆ ਕਰਕੇ ਪੂਜਾ ਦਾ ਬਹੁਤਾ ਧਨ ਆਪ ਰੱਖ ਲਿਆ ਹੈ ਅਤੇ ਥੋੜਾ ਸਾਡੇ ਪਾਸ ਲੈ ਆਂਦਾ ਹੈ। ਚੇਤੋ ਕਹਿਣ ਲੱਗਾ, ਇਹ ਸਾਰੇ ਤੁਹਾਡੇ ਆਗਿਆਕਾਰ ਹਨ। ਇਹਨਾਂ ਨੂੰ ਹੁਣ ਮਾਣ ਵਡਿਆਈ ਦਿਓ, ਜਿਸ ਕਰਕੇ ਇਹਨਾਂ ਨੂੰ ਸਾਰੀ ਸੰਗਤ ਮੰਨ ਕੇ ਬਹੁਤਾ ਧਨ ਦੇਵੇ ਅਤੇ ਇਹ ਗੁਰੂ ਘਰ ਦੇ ਲੰਗਰ ਦਾ ਖਰਚ ਸੰਭਾਲਣ। ਇਹਨਾਂ ਦਾ ਅਨਾਦਰ ਨਾ ਕਰੋ, ਸਗੋਂ ਦਿਆਲੂ ਹੋ ਕੇ ਇਹਨਾਂ ਨੂੰ ਇਹ ਨਿਸ਼ਚਾ ਕਰਾਓ ਕਿ ਗੁਰੂ ਜੀ ਬੜੇ ਦਿਆਲੂ ਹਨ। ਗੁਰੂ ਜੀ ਨੇ ਚੇਤੋ ਨੂੰ ਆਖਿਆ, ਅਸਾਂ ਤੇਰੀ ਸਾਰੀ ਗੱਲ ਸਮਝ ਲਈ ਹੈ। ਕਾਰ ਭੇਟ ਦੀ ਮਾਇਆ ਚਰਾਉਣੀ ਅਤੇ ਝੂਠ ਬੋਲਣਾ, ਇਹ ਦੋਵੇਂ ਦੋਸ਼ ਤੇਰੇ ਵਿੱਚ ਬਹੁਤ ਹਨ। ਤੂੰ ਦੂਜਿਆਂ ਦੇ ਦੋਸ਼ਾਂ ਉੱਤੇ ਪਰਦਾ ਪਾਉਂਦਾ ਹੈ। ਇਹ ਗੱਲ ਸੁਣ ਕੇ ਚੇਤੋ ਬਹੁਤ ਦੁਖੀ ਹੋਇਆ ਤੇ ਕਹਿਣ ਲੱਗਾ, ਬੱਚਿਆਂ ਵਾਲੀ ਮਤ ਨਾ ਕਰੋ ਅਤੇ ਸਾਡੇ ਨਾਲ ਇਹੋ ਜਿਹੀਆਂ ਗੱਲਾਂ ਨਾ ਕਰੋ। ਅਸੀਂ ਮਸੰਦ ਗੁਰੂ ਰਾਮਦਾਸ ਜੀ ਤੋਂ ਲੈ ਕੇ ਮਨ ਭਾਉਂਦੀ ਮਾਇਆ ਸੰਗਤ ਪਾਸੋਂ ਲਿਆਉਂਦੇ ਹਾਂ ਅਤੇ ਖਰਚਦੇ ਰਹੇ ਹਾਂ। ਤੁਸੀਂ ਜੇ ਧੀਰਜ ਨਾਲ ਵੇਖੋਗੇ ਤਾਂ ਇਸ ਗੱਲ ਨੂੰ ਸਮਝ ਲਵੋਗੇ। ਚੇਤੋ ਦੀ ਇਸ ਗੱਲ ਤੋਂ ਗੁਰੂ ਜੀ ਨੇ ਸਮਝ ਲਿਆ ਕਿ ਇਹ ਪਿਛਲੇ ਗੁਰੂ ਸਾਹਿਬਾਂ ਦੇ ਵੇਲੇ ਵੀ ਪੂਜਾ ਦਾ ਧਨ ਚੁਰਾਉਂਦੇ ਰਹੇ ਅਤੇ ਧਨ ਦੇ ਹੰਕਾਰ ਨਾਲ ਅੰਨੇ ਹੋਏ ਹਨ। ਸੰਗਤ ਨਿਰਦੋਸ਼ ਹੈ। ਇਹ ਖੋਟੀ ਮੱਤ ਵਾਲੇ ਲੋਭੀ ਤੇ ਮੂਰਖ ਹਨ ਜੋ ਸਿੱਖਾਂ ਨੂੰ ਗੱਲਾਂ ਨਾਲ ਭਰਮਾ ਲੈਂਦੇ ਹਨ। ਇਹਨਾਂ ਗੱਲਾਂ ਨੂੰ ਵਿਚਾਰ ਕੇ ਹੀ ਸਤਵੇਂ ਪਾਤਸ਼ਾਹ ਜੀ ਨੇ ਇਹ ਬਚਨ ਜੋ ਕਿਹਾ ਸੀ ਕਿ ਗੁਰੂ ਕਾ ਜਹਾਜ਼ ਬਹੁਤ ਥਾਵਾਂ ਤੋਂ ਫੁੱਟ ਗਿਆ ਹੈ, ਉਹ ਬਚਨ ਹੁਣ ਸਿੱਧ ਹੋ ਰਹੇ ਹਨ। ਸਭ ਨੇ ਆਪੋ ਆਪਣਾ ਰਾਸਤਾ ਫੜ ਲਿਆ ਹੈ, ਪਰੰਤੂ ਸਾਡੀ ਸੰਗਤ ਸਾਡੇ ਤੇ ਭਰੋਸਾ ਤੇ ਸ਼ਰਧਾ ਰੱਖਦੀ ਹੈ। ਇਸ ਕਰਕੇ ਉਸ ਦੀ ਰੱਖਿਆ ਕਰਨੀ ਸਾਡਾ ਬਿਰਧ ਹੈ। ਇਹਨਾਂ ਮਸੰਦਾਂ ਦਾ ਸੁਧਾਰ ਕਰਕੇ ਅਸੀਂ ਇਸ ਫੁੱਟੇ ਹੋਏ ਜਹਾਜ਼ ਨੂੰ ਇੱਕ ਥਾਂ ਠੀਕ ਕਰਾਂਗੇ। ਇਹ ਮਹਾਂ ਅਪਰਾਧੀ ਸਖਤ ਸਜ਼ਾ ਦੇ ਅਧਿਕਾਰੀ ਹਨ। ਇਹ ਵਿਚਾਰ ਕਰਕੇ ਆਪ ਜੀ ਚੁੱਪ ਹੋ ਰਹੇ।
ਚੇਤੋ ਨੂੰ ਕੋਈ ਉੱਤਰ ਨਾ ਦਿੱਤਾ। ਸਤਿਗੁਰ ਜੀ ਦੇ 2 ਵੇਲੇ ਦੀਵਾਨ ਸੱਜਦੇ, ਸੰਗਤਾਂ ਬਹੁਤ ਦਰਸ਼ਨ ਕਰਨ ਵਾਸਤੇ ਆਉਂਦੀਆਂ ਤੇ ਉਪਦੇਸ਼ ਲੈ ਕੇ ਆਪਣਾ ਮਨ ਤਨ ਠਾਰ ਕੇ ਆਪਣਾ ਜੀਵਨ ਸਫਲਾ ਕਰਦੀਆਂ। ਕਾਰ ਭੇਟ ਅਤੇ ਦਰਸ਼ਨ ਭੇਟ ਦੀ ਬਹੁਤ ਮਾਇਆ ਗੁਰੂ ਜੀ ਦੇ ਹਜ਼ੂਰ ਅਰਪਣ ਹੁੰਦੀ। ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਆਪਸ ਵਿੱਚ ਇੱਕ ਦੂਜੇ ਨਾਲ ਮਸੰਦਾਂ ਦੀਆਂ ਗੱਲਾਂ ਕਰਕੇ ਦੱਸਦੇ ਕਿ ਮਸੰਦ ਉਹਨਾਂ ਨੂੰ ਬਹੁਤ ਤੰਗ ਕਰਦੇ ਹਨ। ਕਈ ਅਯੋਗ ਗੱਲਾਂ ਵੀ ਕਰਦੇ ਹਨ ਜਿਹੜੀਆਂ ਦੱਸੀਆਂ ਨਹੀਂ ਜਾ ਸਕਦੀਆਂ। ਇਹਨਾਂ ਗੱਲਾਂ ਦੀ ਸਰੋਤ ਤੋਂ ਸਤਿਗੁਰ ਜੀ ਨੇ ਅਨੁਭਵ ਕਰ ਲਿਆ ਕਿ ਮਸੰਦਾਂ ਤੋਂ ਸਿੱਖ ਬਹੁਤ ਦੁਖੀ ਹਨ। ਉਹ ਇਹਨਾਂ ਦੀ ਸ਼ਰਧਾ ਨਾਲ ਦਿੱਤੀ ਹੋਈ ਮਾਇਆ ਨਹੀਂ ਲੈਂਦੇ, ਸਗੋਂ ਉਹਨਾਂ ਨੂੰ ਤੰਗ ਕਰਕੇ ਆਪਣੀ ਮਨਮਰਜ਼ੀ ਦੀ ਕਾਰ ਭੇਟ ਲੈਂਦੇ ਹਨ। ਇਹ ਬਹੁਤ ਝੂਠੇ ਹਨ। ਇਹਨਾਂ ਤੋਂ ਸੰਗਤ ਨੂੰ ਛੁਟਕਾਰਾ ਦਿਵਾਉਣਾ ਚਾਹੀਦਾ ਹੈ। ਅੱਗੇ ਤੋਂ ਸਿੱਖ ਆਪਣੀ ਕਾਰ ਭੇਟ ਆਪ ਹੀ ਆਣ ਕੇ ਦਿਆ ਕਰਨ। ਇੱਧਰ ਆਪ ਜੀ ਇਹ ਵਿਚਾਰਾਂ ਕਰ ਰਹੇ ਸਨ ਅਤੇ ਮਸੰਦ ਆਪਣੀਆਂ ਗੱਲਾਂ ਸੋਚ ਰਹੇ ਸਨ। ਉਧਰ ਚੇਤੋ ਦੀ ਅਗਵਾਈ ਹੇਠ ਮਸੰਦਾਂ ਨੇ ਮਾਤਾ ਗੁਜਰੀ ਜੀ ਪਾਸ ਬੇਨਤੀ ਕੀਤੀ ਕਿ ਗੁਰੂ ਜੀ ਜਵਾਨੀ ਦੇ ਜੋਸ਼ ਵਿੱਚ ਮਸੰਦਾਂ ਨੂੰ ਸਖਤ ਗੱਲਾਂ ਕਹਿੰਦੇ ਹਨ। ਸੰਗਤ ਸਾਰੀ ਇਹਨਾਂ ਮਸੰਦਾਂ ਦੇ ਹੀ ਵਸ ਹੈ। ਜੇ ਮਸੰਦ ਵਿਗੜ ਗਏ ਤਾਂ ਇਹ ਸਾਰੀ ਸੰਗਤ ਨੂੰ ਵਿਗਾੜ ਦੇਣਗੇ। ਫਿਰ ਕਾਰ ਭੇਟ ਕਿੱਥੋਂ ਆਵੇਗੀ ਤੇ ਗੁਰੂ ਕੇ ਲੰਗਰ ਦਾ ਖਰਚ ਕਿਸ ਤਰ੍ਹਾਂ ਚੱਲੇਗਾ। ਇਸ ਕਰਕੇ ਤੁਸੀਂ ਗੁਰੂ ਜੀ ਨੂੰ ਸਮਝਾਵੋ ਕਿ ਮਸੰਦਾਂ ਨਾਲ ਕੋਈ ਵਿਗਾੜ ਨਾ ਪਾਉਣ। ਗੁਰੂ ਬਣਾਉਣਾ ਤਾਂ ਮਸੰਦਾਂ ਦੇ ਹੱਥ ਵਿੱਚ ਹੀ ਹੈ, ਕਿਉਂਕਿ ਜਿਸ ਨੂੰ ਮਸੰਦ ਨਮਸਕਾਰ ਕਰਨ ਉਸ ਨੂੰ ਹੀ ਸਿੱਖ ਗੁਰੂ ਮੰਨ ਕੇ ਪੂਜਦੇ ਹਨ। ਪਹਿਲੇ ਗੁਰੂ ਸਾਹਿਬ ਸਦਾ ਮਸੰਦ ਦੇ ਅਨੁਸਾਰ ਹੀ ਚੱਲਦੇ ਰਹੇ ਹਨ। ਕਿਸੇ ਨੇ ਵੀ ਮਸੰਦਾਂ ਨਾਲ ਵਿਗਾੜੀ ਨਹੀਂ ਸੀ। ਗੁਰੂ ਬੰਸ ਸਾਰੀ ਹੀ ਗੁਰੂ ਕਹਾਂਦੀ ਰਹੀ ਹੈ, ਪਰ ਜਿਸ ਨੂੰ ਮਸੰਦ ਚਾਹੁੰਦੇ ਸਨ ਉਸ ਨੂੰ ਹੀ ਸੰਗਤ ਪਾਸੋਂ ਗੁਰੂ ਕਰਕੇ ਪੂਜਾ ਕਰਾਉਂਦੇ ਰਹੇ ਹਨ। ਜੇ ਇਹ ਆਪਣਾ ਪਾਸਾ ਮਸੰਦਾਂ ਵੱਲੋਂ ਫੇਰ ਕੇ ਉਹਨਾਂ ਨਾਲ ਮੇਲ ਨਹੀਂ ਰੱਖਣਗੇ ਤਾਂ ਮਸੰਦਕਾਰ ਭੇਟ ਇਕੱਠੀ ਨਹੀਂ ਕਰਨਗੇ। ਫਿਰ ਗੁਰੂ ਘਰ ਦਾ ਨਿਰਵਾਹ ਕਿਸ ਤਰ੍ਹਾਂ ਚੱਲੇਗਾ। ਮਾਤਾ ਜੀ ਨੇ ਮਸੰਦਾਂ ਦੀ ਇਸ ਦਲੀਲ ਨੂੰ ਸੱਚੀ ਮੰਨ ਕੇ ਗੁਰੂ ਜੀ ਨੂੰ ਆਖਿਆ, ਹੇ ਪੁੱਤਰ, ਚਾਰੇ ਪਾਸੇ ਸਾਡੀ ਸਿੱਖੀ ਸੇਵਕੀ ਹੈ। ਕੋਈ ਨੇੜੇ ਤੇ ਕੋਈ ਬਹੁਤ ਦੂਰ ਹੈ। ਉਹਨਾਂ ਵਿੱਚੋਂ ਕੋਈ ਪ੍ਰੇਮੀ ਹੀ ਦਰਸ਼ਨਾਂ ਨੂੰ ਆਉਂਦਾ ਹੈ, ਨਹੀਂ ਤਾਂ ਜਿੰਨੀ ਗੁਰੂ ਘਰ ਦੀ ਕਾਰ ਹੈ ਸਾਰੀ ਮਸੰਦਾਂ ਹੀ ਇਕੱਠੀ ਕਰਦੇ ਹਨ। ਜਿਸ ਵਿੱਚੋਂ ਆਪਣੇ ਨਿਰਵਾਹ ਜੋਗੀ ਰੱਖ ਕੇ ਬਾਕੀ ਤੁਹਾਨੂੰ ਲਿਆ ਕੇ ਦੇ ਦਿੰਦੇ ਹਨ। ਮੁੱਢ ਤੋਂ ਗੁਰੂ ਘਰ ਦੀ ਇਹੀ ਮਰਿਆਦਾ ਹੈ, ਤੁਸੀਂ ਵੀ ਇਸ ਨੂੰ ਹੀ ਧਾਰਨ ਕਰੋ। ਗੁਰੂ ਜੀ ਨੇ ਕਿਹਾ, ਮਾਤਾ ਜੀ, ਇਹਨਾਂ ਮਸੰਦਾਂ ਨੇ ਮੇਰੀਆਂ ਸੰਗਤਾਂ ਨੂੰ ਬਹੁਤ ਦੁਖੀ ਕੀਤਾ ਹੋਇਆ ਹੈ। ਮੇਰੇ ਪਾਸੋਂ ਇਹ ਗੱਲ ਨਹੀਂ ਸਹਾਰੀ ਜਾਂਦੀ। ਇਸ ਤਰ੍ਹਾਂ ਇਹ ਗੱਲਾਂ ਅਜੇ ਚੱਲ ਹੀ ਰਹੀਆਂ ਸਨ ਕਿ ਉਹ ਸਿੱਖ ਵੀ ਗੁਰੂ ਜੀ ਦੇ ਦਰਸ਼ਨ ਪਰਸਨ ਵਾਸਤੇ ਆ ਗਿਆ, ਜਿਸ ਤੋਂ ਚੇਤੋ ਕਾਰ ਭੇਟਾ ਲੈਂਦਾ ਹੁੰਦਾ ਸੀ। ਉਸਨੇ ਪਹਿਲਾਂ ਚੇਤੋ ਦੇ ਹੱਥ ਇੱਕ ਹਾਥੀ ਦੰਦ ਦਾ ਸੁੰਦਰ ਚੂੜਾ, ਜਿਸ ਵਿੱਚ ਬਹੁਤ ਕੀਮਤੀ ਹੀਰੇ ਆਦਿਕ ਜੜੇ ਹੋਏ ਸਨ, ਮਾਤਾ ਜੀ ਦੇ ਪਹਿਨਣ ਵਾਸਤੇ ਭੇਜਿਆ ਸੀ। ਪਰ ਚੇਤੋ ਨੇ ਇਹ ਚੂੜਾ ਮਾਤਾ ਜੀ ਨੂੰ ਅਰਪਣ ਕਰਨ ਦੀ ਥਾਂ ਆਪਣੀ ਵਹੁਟੀ ਦੇ ਹੱਥ ਹੀ ਪਵਾ ਦਿੱਤਾ ਸੀ। ਜਦ ਇਹ ਸਿੱਖ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਤਾਂ ਚੇਤੋ ਨੂੰ ਡਰ ਹੋ ਗਿਆ ਕਿ ਇਹ ਸਿੱਖ ਕਿਤੇ ਗੁਰੂ ਜੀ ਨੂੰ ਪੁੱਛ ਹੀ ਨਾ ਲਵੇ ਕਿ ਮੈਂ ਜੋ ਮਾਤਾ ਜੀ ਵਾਸਤੇ ਸੁੰਦਰ ਚੂੜਾ ਚੇਤੋ ਦੇ ਹੱਥ ਭੇਜਿਆ ਸੀ ਉਹ ਮਿਲ ਗਿਆ ਹੈ ਜਾਂ ਨਹੀਂ। ਜਦ ਗੁਰੂ ਜੀ ਨੂੰ ਪਤਾ ਲੱਗੇਗਾ ਕਿ ਉਹ ਚੂੜਾ ਨਹੀਂ ਪਹੁੰਚਿਆ ਤਾਂ ਉਹ ਮੈਨੂੰ ਪੁੱਛਣਗੇ, ਪਰ ਮੇਰੀ ਬੇਈਮਾਨੀ ਸਾਬਤ ਹੋ ਜਾਏਗੀ। ਇਸ ਵਾਸਤੇ ਉਸਨੇ ਗੁਰੂ ਜੀ ਦੇ ਚੋਬਦਾਰ ਨੂੰ ਆਖਿਆ ਕਿ ਇਹ ਸਿੱਖ ਕੁਝ ਬੁੱਧੀ ਦਾ ਹੌਲਾ ਹੈ, ਇਸ ਨੂੰ ਅੱਗੇ ਗੁਰੂ ਜੀ ਪਾਸ ਨਾ ਜਾਣ ਦੇਣਾ। ਉਹਨਾਂ ਨੂੰ ਬੇਅਰਥ ਬੋਲ ਕੇ ਤੰਗ ਕਰੇਗਾ। ਇਹ ਘੱਟ ਵੱਧ ਬੋਲਣ ਤੋਂ ਸੰਕੋਚ ਨਹੀਂ ਕਰਦਾ ਹੁੰਦਾ। ਚੋਬਦਾਰ ਨੂੰ ਇਹ ਗੱਲ ਸਮਝਾ ਕੇ ਚੇਤੋ ਨਿਸ਼ਚਿੰਤ ਹੋ ਗਿਆ ਕਿ ਹੁਣ ਮੇਰਾ ਪਾਜ ਨਹੀਂ ਖੁੱਲੇਗਾ। ਇੱਕ ਦਿਨ ਸੁਭਾਵਕ ਹੀ ਜਦ ਸਿੱਖ ਸਤਿਗੁਰ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗਾ ਤਾਂ ਉਸ ਨੂੰ ਅੱਗੇ ਜਾਣ ਤੋਂ ਦੁਆਰਪਾਲ ਨੇ ਰੋਕ ਦਿੱਤਾ ਕਿ ਇਹ ਸਮਾਂ ਗੁਰੂ ਜੀ ਨੂੰ ਮਿਲਣ ਦਾ ਨਹੀਂ। ਇਸੇ ਤਰ੍ਹਾਂ 2-3 ਦਿਨ ਕੋਈ ਨਾ ਕੋਈ ਬਹਾਨਾ ਬਣਾ ਕੇ ਚੋਬਦਾਰ ਨੇ ਸਿੱਖ ਨੂੰ ਅੱਗੇ ਜਾਣ ਨਾ ਦਿੱਤਾ। ਹੋਰ ਸਾਰੇ ਸਿੱਖਾਂ ਨੂੰ ਦਰਸ਼ਨ ਕਰਕੇ ਆਉਂਦੇ ਜਾਂਦੇ ਵੇਖ ਕੇ ਇਹ ਸਿੱਖ ਹੈਰਾਨ ਹੁੰਦਾ ਕਿ ਮੈਨੂੰ ਕਿਹੜੀ ਵਜ੍ਹਾ ਕਰਕੇ ਦਰਸ਼ਨ ਕਰਨ ਤੋਂ ਰੋਕਿਆ ਜਾਂਦਾ ਹੈ। ਸਿੱਖ ਦੀਆਂ ਅਰਦਾਸਾਂ ਅਤੇ ਅਰਜ਼ੋਈਆਂ ਅੰਤਰਜਾਮੀ ਸਤਿਗੁਰ ਜੀ ਨੂੰ ਪਹੁੰਚ ਗਈਆਂ। ਉਹਨਾਂ ਇੱਕ ਸਿੱਖ ਨੂੰ ਭੇਜ ਕੇ ਇਸ ਦਰਸ਼ਨ ਆਤੁਰ ਸਿੱਖ ਨੂੰ ਸੱਦ ਲਿਆ। ਸਿੱਖ ਸਤਿਗੁਰ ਜੀ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ, ਨਮਸਕਾਰ ਕੀਤੀ ਅਤੇ ਚਰਨਾਂ ਪਾਸ ਬੈਠ ਗਿਆ। ਸਤਿਗੁਰ ਜੀ ਨੇ ਹੱਸ ਕੇ ਪੁੱਛਿਆ, ਭਾਈ ਸਿੱਖਾ, ਸਾਡੇ ਵਾਸਤੇ ਕੀ ਭੇਟਾ ਲਿਆਇਆ ਹੈ। ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜੀ ਮਹਾਰਾਜ, ਮੈਨੂੰ ਇੱਕ ਅਜੀਬ ਬਹੁਮੁੱਲਾ ਚੂੜਾ ਕਿਤੋਂ ਮਿਲਿਆ ਸੀ। ਉਹ ਮੈਂ ਗੁਰੂ ਘਰ ਦੇ ਲਾਇਕ ਜਾਣ ਕੇ ਚੇਤੋ ਮਸੰਦ ਦੇ ਹੱਥ ਪਹਿਲਾਂ ਹੀ ਭੇਜ ਦਿੱਤਾ ਸੀ ਅਤੇ ਹੁਣ ਦਰਸ਼ਨ ਕਰਨ ਵਾਸਤੇ ਹੀ ਹਾਜ਼ਰ ਹੋਇਆ ਹਾਂ। ਗੁਰੂ ਜੀ ਨੇ ਸਿੱਖ ਦੀ ਇਹ ਗੱਲ ਸੁਣ ਕੇ ਉਸੇ ਸਮੇਂ ਚੇਤੋ ਨੂੰ ਸੱਦ ਕੇ ਪੁੱਛਿਆ ਕਿ ਇਸ ਸਿੱਖ ਨੇ ਤੈਨੂੰ ਸਾਡੇ ਵਾਸਤੇ ਜੋ ਚੂੜਾ ਦਿੱਤਾ ਸੀ ਉਹ ਅਸਾਂ ਵੇਖਿਆ ਨਹੀਂ, ਤੂੰ ਕਿਸ ਨੂੰ ਦਿੱਤਾ ਹੈ।
ਚੇਤੋ ਨੇ ਕਿਹਾ, ਜੀ ਇਸ ਨੇ ਕਿਸੇ ਹੋਰ ਮਸੰਦ ਨੂੰ ਚੂੜਾ ਦਿੱਤਾ ਹੋਵੇਗਾ, ਮੈਨੂੰ ਨਹੀਂ ਦਿੱਤਾ, ਇਹ ਭੁੱਲ ਗਿਆ ਹੈ। ਸਤਿਗੁਰੂ ਜੀ ਨੇ ਚੇਤੋ ਨੂੰ ਸਮਝਾਇਆ ਕਿ ਇੱਕ ਵਾਰ ਤੂੰ ਸਿੱਖ ਦੀ ਭਾਵਨਾ ਨੂੰ ਪੂਰੀ ਕਰਨ ਵਾਸਤੇ ਚੂੜਾ ਸਾਨੂੰ ਦੇ ਦਿਓ, ਫਿਰ 2-3 ਦਿਨ ਉਪਰੰਤ ਤੂੰ ਹੀ ਲੈ ਲਵੀਂ, ਅਸੀਂ ਨਹੀਂ ਰੱਖਾਂਗੇ। ਅੱਗੋਂ ਚੇਤਰ ਨੇ ਬੜੇ ਕ੍ਰੋਧ ਨਾਲ ਕਿਹਾ, ਜੀ ਇਹ ਗੁਰੂ ਮਾਰਿਆ ਝੂਠਾ ਹੈ, ਤੁਸੀਂ ਬਿਨਾਂ ਸਮਝੇ ਹੀ ਇਸ ਨੂੰ ਸੱਚਾ ਮੰਨ ਲਿਆ ਹੈ ਅਤੇ ਸਾਨੂੰ ਝੂਠਾ ਕਰ ਰਹੇ ਹੋ। ਸਾਰੀ ਸਿੱਖੀ ਸੇਵਕੀ ਵਿੱਚ ਸਾਡੀ ਬਹੁਤ ਇੱਜ਼ਤ ਹੈ, ਲੱਖਾਂ ਰੁਪਏ ਅਸੀਂ ਲਿਆ ਕੇ ਤੁਹਾਡੇ ਅੱਗੇ ਰੱਖਦੇ ਹਾਂ। ਜਿਹੜਾ ਹੋਰ ਕਿਸੇ ਨੂੰ ਨਹੀਂ ਦਿੰਦਾ ਹੈ, ਸਾਨੂੰ ਵੇਖ ਕੇ ਉਹ ਵੀ ਦੇ ਦਿੰਦਾ ਹੈ। ਅਸੀਂ ਸੈਂਕੜੇ ਚੀਜ਼ਾਂ ਗੁਰੂ ਘਰ ਲਿਆ ਕੇ ਦਿੰਦੇ ਹਾਂ, ਕੋਈ ਤੁਹਾਨੂੰ ਵਿਖਾਈ ਦੀ ਹੈ ਅਤੇ ਕੋਈ ਬਿਨਾਂ ਵਿਖਾਏ ਹੀ ਤੁਹਾਡੇ ਖਜ਼ਾਨੇ ਵਿੱਚ ਪਾ ਦੇਈਦੀ ਹੈ। ਸਾਰੇ ਗੁਰੂਆਂ ਦੇ ਵੇਲੇ ਤੋਂ ਇਹੀ ਰੀਤ ਚੱਲੀ ਆ ਰਹੀ ਹੈ। ਚੇਤੋ ਦਾ ਪਾਜ ਉਗੇੜਨ ਲਈ ਸਤਿਗੁਰੂ ਜੀ ਉਸ ਵੇਲੇ ਹੀ 5 ਸਿੱਖਾਂ ਨੂੰ ਚੇਤੋ ਦੇ ਘਰ ਭੇਜ ਕੇ ਆਖਿਆ ਕਿ ਇਸ ਦੇ ਘਰ ਦੇ ਚੁਬਾਰੇ ਵਿੱਚ ਇੱਕ ਤਾਕੀ ਹੈ, ਉਸ ਵਿੱਚ ਇਸ ਨੇ ਰੇਸ਼ਮੀ ਕੱਪੜੇ ਵਿੱਚ ਲਪੇਟ ਕੇ ਚੂੜਾ ਰੱਖਿਆ ਹੋਇਆ ਹੈ, ਉਹ ਲੈ ਆਓ। ਹੁਕਮ ਅਨੁਸਾਰ ਚੇਤੋ ਦੇ ਚੁਬਾਰੇ ਵਿੱਚੋਂ ਸਿੱਖ ਚੂੜਾ ਕੱਢ ਕੇ ਲੈ ਆਏ। ਇਹ ਸੁੰਦਰ ਚੂੜਾ ਵੇਖ ਕੇ ਗੁਰੂ ਜੀ ਸਿੱਖ ਉੱਤੇ ਬੜੇ ਪ੍ਰਸੰਨ ਹੋਏ ਅਤੇ ਚੇਤੋ ਨੂੰ ਪੁੱਛਿਆ ਕਿ ਝੂਠੇ ਪਾਪੀ, ਦੱਸ ਇਹ ਹੋਇਆ ਕੀ ਹੈ? ਸਿੱਖ ਝੂਠਾ ਹੈ ਕਿ ਤੂੰ ਝੂਠਾ ਹੈ? ਚੇਤੋ ਸ਼ਰਮਿੰਦਗੀ ਦਾ ਮਾਰਿਆ ਹੋਇਆ ਸਿਰ ਨੀਵਾਂ ਕਰਕੇ ਬੈਠਾ ਰਿਹਾ, ਬੋਲਿਆ ਕੁਝ ਨਾ। ਚੇਤੋ ਨੂੰ ਝੂਠ ਅਤੇ ਚੋਰੀ ਦਾ ਦੰਡ ਦੇਣ ਵਾਸਤੇ ਗੁਰੂ ਜੀ ਨੇ ਇੱਕ ਕੜਾਹੇ ਵਿੱਚ ਪਾਣੀ ਅਤੇ ਗੁੜ ਉਬਾਲ ਕੇ ਉਸ ਉੱਤੇ ਕੜਛੇ ਭਰ ਭਰ ਕੇ ਪਵਾਏ, ਜਿਸ ਨਾਲ ਉਹ ਝੂਠਾ ਪਾਪੀ ਤੜਫ ਤੜਫ ਕੇ ਮਰਿਆ। ਇਸ ਨੂੰ ਬੁਰੇ ਹਾਲ ਮਰਦਾ ਵੇਖ ਕੇ ਦੂਸਰੇ ਮਸੰਦ ਬਹੁਤ ਡਰ ਗਏ ਅਤੇ ਅੱਗੇ ਤੋਂ ਕੋਈ ਬੇਨਿਆਈ ਤੇ ਬੇਹਯਾਈ ਕਰਨ ਤੋਂ ਕੰਨਾਂ ਨੂੰ ਹੱਥ ਲਾਇਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।